तो संगत जी, धन्यवाद। अगला सवाल जिहड़ा है ये बहुत खास है। ਤੇ ਉੱਤਰ ਵੀ ਦੇ ਰਹੇ ਨੇ ਸਾਡੇ ਖਾਸ ਸਰਦਾਰ ਪੂਰਾ ਸਿੰਘ, ਕਿਉਂਕਿ ਇਹ ਇਹਨਾਂ ਨੂੰ ਜਿਹੜੀ ਪੰਜਾਬੀ ਦੀ ਮੁਹਾਰਤ ਹੈ, ਅਸੀਂ ਬੜੀਆਂ ਗੱਲਾਂ ਇਹਨਾਂ ਤੋਂ ਸਿੱਖਦੇ ਹਾਂ। ਤੋਂ ਅੱਜ ਜਿਹੜਾ ਸਵਾਲ ਹੈ ਉਹ ਹੈ, ਗੁਰਮੁਖੀ ਅੱਖਰ ਕਦੋਂ ਤੋਂ ਹੋਂਦ ਵਿੱਚ ਆਏ? ਇਹ ਸਾਨੂੰ ਇਹਦੇ ਬਾਰੇ ਦੱਸਣ। ਵਾਹਿਗੁਰੂ ਜੀ ਕਾ ਖਾਲਸਾ, ਸਤਿਗੁਰੂ। ਵਾਹਿਗੁਰੂ ਜੀ ਕੀ ਖਾਲਸਾ। ਫਤਿਹ। ਵਾਹਿਗੁਰੂ ਜੀ। ਸਵਾਲ ਹੈ ਕਿ ਗੁਰਮੁਖੀ ਅੱਖਰਾਂ ਬਾਰੇ, ਜਿਸ ਦਾ ਪੰਜਾਬੀ ਬੋਲੀ ਨਾਲ ਬਹੁਤ ਸੰਬੰਧ ਹੈ। ਮਨੁੱਖ ਦੇ ਮਨੋਭਾਵਾਂ ਅਤੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਵਰਤੇ ਸ਼ਬਦਾਂ ਤੇ ਵਾਕਾਂ ਨੂੰ ਬੋਲੀ ਜਾਂ ਭਾਸ਼ਾ ਕਿਹਾ ਜਾਂਦਾ ਹੈ। ਖਿਆਲ ਜਾਂ ਵਿਚਾਰ ਇੱਕ ਭਾਰੀ ਤਾਕਤ ਹੈ। ਜਦੋਂ ਇਹ ਬੋਲੀ ਦੀ ਸ਼ਕਲ ਵਿੱਚ ਪੈਦਾ ਹੁੰਦੀ ਹੈ ਤੇ ਲਿਪੀ ਦੀ ਪੁਸ਼ਾਕ ਪਹਿਨ ਕੇ ਸਾਵਧਾਨ ਹੁੰਦੀ ਹੈ, ਤਾਂ ਜੁਗਾਂ ਜੁਗਾਂ ਤੱਕ ਦਿਮਾਗੀ ਤਰਥੱਲੀ ਪੈਦਾ ਕਰਦੀ ਰਹਿੰਦੀ ਹੈ। ਅੱਜ ਲਿਪੀ ਦੇ ਆਸਰੇ ਤੋਂ ਬਿਨਾਂ ਖਿਆਲ ਕਹੋ ਜਾਂ ਬੋਲੀ ਨੂੰ ਆਪਣੇ ਜਨਮ ਕਾਲ ਤੋਂ ਬਾਅਦ ਇੱਕ ਛਿਨ ਵੀ ਜਿਉਣਾ ਅਸੰਭਵ ਸੀ, ਅਤੇ ਮਨੁੱਖ ਲਈ ਹਜ਼ਾਰਾਂ ਵਰ੍ਹਿਆਂ ਦੇ ਤਜਰਬੇ ਤੇ ਗਿਆਨ ਦੇ ਸਿੱਟੇ ਪ੍ਰਾਪਤ ਕਰਨੇ ਦੁਰਲੱਭ ਹੋ ਜਾਣੇ ਸਨ। ਸੋ ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ ਜਾਂ ਗੁਰਮੁਖੀ ਅੱਖਰ ਦੋ ਵੱਖ-ਵੱਖ ਇਕਾਈਆਂ ਹਨ। ਪੰਜਾਬੀ ਬੋਲੀ ਦੇ ਨਿਕਾਸ ਬਾਰੇ ਵਿਦਵਾਨਾਂ ਵਿੱਚ ਮਤਭੇਦ ਹੈ, ਪਰ ਬਹੁਤੇ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਇੰਡੋ-ਯੂਰਪੀਅਨ ਵੰਸ਼ ਦੀ ਭਾਸ਼ਾ ਵੈਦਿਕ ਹੀ ਜਨਮਦਾਤਾ ਹੈ। ਇਸ ਪੁਰਾਣੀ ਬੋਲੀ ਦਾ ਨਮੂਨਾ ਰਿਗਵੇਦ ਵਿੱਚੋਂ ਮਿਲਦਾ ਹੈ, ਜਿਸ ਦੀ ਰਚਨਾ 1500 ਈਸਵੀ ਪੂਰਬ ਵਿੱਚ ਪੰਜਾਬ ਦੇ ਦਰਿਆਵਾਂ ਵਿੱਚ ਹੋਈ। ਵੈਦਿਕ ਤੋਂ ਸੰਸਕ੍ਰਿਤ, ਪਾਲੀ, ਪ੍ਰਾਕਿਰਤਾਂ, ਅਪਭ੍ਰੰਸ਼ ਦੇ ਰੂਪ ਵਿੱਚ ਵਿਕਸਿਤੀਆਂ ਹੋਈਆਂ ਪੰਜਾਬੀ, ਬੰਗਾਲੀ, ਉੜੀਆ, ਮਰਾਠੀ ਅੱਜ ਦੇ ਰੂਪ ਵਿੱਚ ਪਹੁੰਚੀਆਂ। ਹਰ ਬੋਲੀ ਦੇ ਇੱਕ ਤੋਂ ਵੱਧ ਰੂਪ ਹੁੰਦੇ ਹਨ। ਇਹਨਾਂ ਰੂਪਾਂ ਨੂੰ ਉਪਬੋਲੀਆਂ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਪੰਜਾਬੀ ਬੋਲੀ ਦੀਆਂ ਉਪਬੋਲੀਆਂ ਮਾਝੀ, ਦੁਆਬੀ, ਮਲਵਈ, ਪੋਠੋਹਾਰੀ, ਪੁਆਧੀ, ਪਟਿਆਣੀ ਤੇ ਡੋਗਰੀ ਆਦਿ ਹਨ। ਇਹ ਸਾਰੀਆਂ ਬੋਲੀਆਂ ਅਪਭ੍ਰੰਸ਼ਾਂ ਤੋਂ ਬਣੀਆਂ ਅਤੇ 1000 ਈਸਵੀ ਤੋਂ ਪਿੱਛੋਂ ਇਸ ਆਧੁਨਿਕ ਰੂਪ ਵਿੱਚ ਆਈਆਂ ਹਨ। ਪੰਜਾਬੀ ਬੋਲੀ ਦੀਆਂ ਕੁਝ ਵਿਸ਼ੇਸ਼ਤਾਵਾਂ ਵੀ ਹਨ। ਭਾਰਤੀ ਸੰਵਿਧਾਨ ਅਨੁਸਾਰ ਭਾਰਤ ਦੀਆਂ 14 ਪ੍ਰਮੁੱਖ ਬੋਲੀਆਂ ਵਿੱਚੋਂ ਪੰਜਾਬੀ ਵੀ ਇੱਕ ਹੈ। ਪੰਜਾਬੀ ਭਾਸ਼ਾ ਬੜੀ ਸਰਲ ਤੇ ਸਪਸ਼ਟ ਸੁਭਾਅ ਦੀ ਮਾਲਕ ਹੈ। ਪੰਜਾਬੀ ਬੋਲੀ ਦੀ ਪਾਚਨ ਸ਼ਕਤੀ ਬਹੁਤ ਹੈ। ਇਸ ਨੇ ਅੰਗਰੇਜ਼ੀ, ਅਰਬੀ, ਫਾਰਸੀ, ਹਿੰਦੀ ਅਤੇ ਹੋਰ ਬੋਲੀਆਂ ਦੇ ਸ਼ਬਦ ਆਪਣੇ ਵਿੱਚ ਸਮੋ ਲਏ ਹਨ। ਪੰਜਾਬੀ ਬੋਲੀ ਦੀ ਆਪਣੀ ਲਿਪੀ ਗੁਰਮੁਖੀ ਹੈ। ਗੁਰਮੁਖੀ ਲਿਪੀ ਜਾਂ ਗੁਰਮੁਖੀ ਅੱਖਰ ਪੰਜਾਬ ਵਿੱਚ ਪ੍ਰਚਲਿਤ ਲਿਪੀਆਂ ਸ਼ਾਰਦਾ, ਟਾਕਰੀ, ਲੰਡੇ ਤੇ ਗੁਰਮੁਖੀ ਆਦਿ ਸਨ। ਕਸ਼ਮੀਰ ਦੇ ਲੋਕ ਸ਼ਾਰਦਾ ਦੇਵੀ ਦੇ ਜ਼ਿਆਦਾ ਉਪਾਸ਼ਕ ਹੁੰਦੇ ਸਨ, ਇਸ ਲਈ ਇਹਨਾਂ ਵੱਲੋਂ ਵਰਤੀ ਜਾਣ ਵਾਲੀ ਲਿਪੀ ਦਾ ਨਾਂ ਸ਼ਾਰਦਾ ਪੈ ਗਿਆ। ਇਹ ਲਿਪੀ 10ਵੀਂ ਸਦੀ ਦੇ ਆਸ-ਪਾਸ ਹੋਂਦ ਵਿੱਚ ਆਈ ਤੇ ਇਸ ਦਾ ਪ੍ਰਚਾਰ ਕਸ਼ਮੀਰ ਤੇ ਪੰਜਾਬ ਵਿੱਚ ਰਿਹਾ। ਟਾਕਰੀ ਲਿਪੀ ਪਹਾੜੀ ਰੂਪ ਹੈ ਜੋ ਜੰਮੂ ਤੇ ਪੰਜਾਬ ਦੇ ਉੱਤਰ ਵੱਲ ਦੇ ਪਹਾੜੀ ਇਲਾਕੇ ਵਿੱਚ ਪ੍ਰਚਲਿਤ ਹੈ। ਲੰਡੇ ਇਹਨਾਂ ਸ਼ਾਰਦਾ, ਟਾਕਰੀ ਆਦਿ ਲਿਪੀਆਂ ਤੋਂ ਇਲਾਵਾ ਪੰਜਾਬ ਦੇ ਵਪਾਰੀਆਂ ਵਿੱਚ ਲੰਡੇ ਜਾਂ ਮਹਾਜਨੀ ਲਿਪੀ ਦਾ ਬਹੁਤ ਵਰਤਾਰਾ ਰਿਹਾ ਹੈ। ਵਪਾਰੀ ਲੋਕ ਸਮੇਂ ਤੇ ਮਿਹਨਤ ਦੀ ਬਚਤ ਲਈ ਅੱਖਰਾਂ ਉੱਤੇ ਨਾ ਲੀਕਾਂ ਖਿੱਚਦੇ ਸਨ ਤੇ ਨਾ ਹੀ ਲਗਾ ਮਾਤਰਾ ਲਾਉਂਦੇ ਸਨ। ਗੁਰਮੁਖੀ ਲਿਪੀ ਗੁਰਮੁਖੀ ਲਿਪੀ ਨਾ ਤਾਂ ਭਾਵੇਂ 500-400 ਸਾਲ ਤੋਂ ਵੱਧ ਪੁਰਾਣਾ ਨਾ ਹੋਵੇ, ਪਰੰਤੂ ਇਸ ਲਿਪੀ ਦੇ ਅੱਖਰ ਬਹੁਤ ਪੁਰਾਣੇ ਹਨ। ਉੱਤਰੀ ਭਾਰਤ ਦੀਆਂ ਵਰਤਮਾਨ ਲਿਪੀਆਂ ਵਧੇਰੇ ਕਰਕੇ ਬ੍ਰਹਮੀ ਲਿਪੀ ਤੋਂ ਹੀ ਵਿਕਸਿਤ ਹੋਈਆਂ ਹਨ। ਬ੍ਰਹਮੀ ਤੋਂ ਗੁਪਤਾ ਲਿਪੀ ਤੇ ਗੁਪਤਾ ਤੋਂ ਕੁਟਲ ਤੇ ਸਿਧਨ ਲਿਪੀ ਦੇ ਅੱਖਰਾਂ ਤੋਂ ਅੱਗੇ ਸ਼ਾਰਦਾ, ਟਾਕਰੀ ਤੇ ਗੁਰਮੁਖੀ ਆਦਿ ਦਾ ਵਿਕਾਸ ਹੋਇਆ। ਚੀਨੀਆਂ ਨੇ ਸਿਧਨ ਲਿਪੀ ਨੂੰ ਬਹੁਤ ਸੁੰਦਰ ਤਰੀਕੇ ਨਾਲ ਲਿਖ ਕੇ ਰੱਖਣ ਤੇ ਸੰਭਾਲਣ ਦਾ ਉਪਰਾਲਾ ਕੀਤਾ ਹੈ। ਸਿਧਨ ਲਿਪੀ ਜਾਂ ਸਿੱਧ ਮਾਤ੍ਰਿਕਾ ਦੀ ਪੂਰੀ ਵਰਣਮਾਲਾ ਦਾ ਉਤਾਰਾ ਡਾਕਟਰ ਰਘਵੀਰ ਨੇ ਆਪਣੇ ਇੱਕ ਲੇਖ ਵਿੱਚ ਦਿੱਤਾ ਸੀ। ਇਹਨਾਂ ਅੱਖਰਾਂ ਨੂੰ ਵੇਖ ਕੇ ਤਸੱਲੀ ਤੇ ਹੈਰਾਨੀ ਵੀ ਹੁੰਦੀ ਹੈ ਕਿ ਗੁਰਮੁਖੀ ਲਿਪੀ ਵਾਲੇ ਅੱਖਰ ਕਿੰਨੇ ਪ੍ਰਾਚੀਨ
ਤੇ ਕਿੰਨੇ ਅਜੋਕੇ ਅੱਖਰਾਂ ਨਾਲ ਹੂਬ-ਹੂ ਮੇਲ ਖਾਂਦੇ ਹਨ। ਗੁਰਮੁਖੀ ਲਿਪੀ ਦੇ ਲਗਭਗ 24 ਅੱਖਰ ਸਿਧਕ ਲਿਪੀ ਦੇ ਅੱਖਰਾਂ ਨਾਲ ਮੇਲ ਖਾਂਦੇ ਹਨ। ਪ੍ਰਾਚੀਨ ਸਮੇਂ ਆਮ ਪਾਠਸ਼ਾਲਾ ਵਿੱਚ ਅੱਖਰਾਂ ਦੀ ਸਿੱਖਿਆ ਦੇਣ ਤੋਂ ਪਹਿਲਾਂ ਮੰਗਲਾਚਰਨ ਵਜੋਂ ਓਮ ਨਮੋ ਸਿਧੰ ਦਾ ਮੰਤਰ ਰਟਾਇਆ ਜਾਂਦਾ ਸੀ। ਇਸ ਦਾ ਪੁਰਾਣਾ ਰੂਪ ਨਵੇਂ ਸਰਵਗਿਆ ਸਿਧੰ ਚੀਨੀ ਲਿਖਤ ਵਿੱਚ ਆਈ ਸਿਧਕ ਲਿਪੀ ਦੇ ਮੁੱਢ ਵਿੱਚ ਵੀ ਦਰਜ ਹੈ। ਗੁਰੂ ਨਾਨਕ ਦੇਵ ਜੀ ਨੇ ਜੋ ਪੱਟੀ ਲਿਖੀ ਉਸ ਵਿੱਚ ਸੱਸਾ ਅੱਖਰ ਸਿਧਕ ਲਿਪੀ ਦਾ ਹੀ ਪਹਿਲੇ ਰੱਖਿਆ ਹੈ। ਓਂਕਾਰ ਨਾਮੀ ਬਾਣੀ ਵਿੱਚ ਅੱਖਰਾਂ ਦਾ ਕਰਮ ਓ, ਸੱਸਾ, ਧੱਦਾ, ngੰਗਾ ਕਰਕੇ ਹੈ। ਭਾਵ ਗੁਰੂ ਅਮਰਦਾਸ ਜੀ ਦੀ ਪੱਟੀ ਸਿਧੰ ਗਾਈਏ ਸਿਮਰੇ ਨਾਹੀ ਨਾਲ ਚੱਲਦੀ ਹੈ। ਭਾਵ ਮੰਤਰ ਨੂੰ ਰਟੀ ਜਾਂਦੇ ਹਨ ਪਰ ਪ੍ਰਭੂ ਦਾ ਨਾਮ ਨਹੀਂ ਸਿਮਰਦੇ। ਗੁਰੂ ਅਰਜਨ ਦੇਵ ਜੀ ਦੀ 52 ਅੱਖਰੀ ਵਿੱਚ ਕਰਮ ਊੜਾ, ਸੱਸਾ, ਧੱਦਾ, ngੰਗਾ ਹੈ। ਸੋ ਗੁਰੂ ਸਾਹਿਬਾਨ ਨੇ ਜ਼ਮਾਨੇ ਵਿੱਚ ਜਿਸ ਲਿਪੀ ਦਾ ਵਰਤਾਰਾ ਸੀ ਉਹਨਾਂ ਉਸੇ ਤਰ੍ਹਾਂ ਉਸ ਨੂੰ ਇਹਨਾਂ ਅੱਖਰਾਂ ਬਾਣੀਆਂ ਵਿੱਚ ਦਰਜ ਕਰਕੇ ਇਸ ਕੜੀ ਨੂੰ ਜਿਉਂ ਦੇ ਤਿਉਂ ਰੂਪ ਵਿੱਚ ਦਰਸਾਇਆ ਹੈ। ਜਦੋਂ ਮੁਸਲਮਾਨੀ ਪ੍ਰਭਾਵ ਹੇਠ ਪੰਜਾਬੀ ਬੋਲੀ ਤੇ ਇਹ ਪੰਜਾਬੀ ਦੀ ਲਿਪੀ ਦਬ ਗਈ ਤਾਂ ਦੇਸ਼ ਦਾ ਸਵੈਮਾਨ ਜਗਾਉਣ ਲਈ ਗੁਰੂ ਸਾਹਿਬਾਨ ਨੇ ਇੱਥੋਂ ਦੀ ਲਿਪੀ ਨੂੰ ਫਿਰ ਸੁਰਜੀਤ ਕੀਤਾ। ਇਸੇ ਕਰਕੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮੁਖੀ ਲਿਪੀ ਹੈ। ਗੁਰੂ ਦੀ ਬਾਣੀ ਕੰਠ ਕਿਉਂਕਿ ਗੁਰੂ ਜੀ ਨੂੰ ਮੰਨਣ ਵਾਲੇ ਲੋਕ ਗੁਰਮੁਖ ਆਖੇ ਜਾਂਦੇ ਸਨ। ਇਹ ਗੁਰਮੁਖ ਸਿੱਖ ਗੁਰੂ ਜੀ ਦੀ ਬਾਣੀ ਕੰਠ ਕਰਦੇ ਅਤੇ ਥਾਂ-ਥਾਂ ਪ੍ਰਚਾਰਦੇ ਸਨ। ਇਸ ਪ੍ਰਚਾਰ ਲਈ ਬਾਣੀ ਲਿਖਣ ਦੀ ਵੀ ਲੋੜ ਸੀ। ਸੋ ਉਹਨਾਂ ਉਸ ਸਮੇਂ ਦੇ ਪੰਜਾਬ ਵਿੱਚ ਪ੍ਰਚਲਿਤ ਲਿਪੀ ਨੂੰ ਇਸ ਕੰਮ ਲਈ ਵਰਤਿਆ ਤੇ ਇਸ ਵਰਤੋਂ ਨੇ ਨਵਾਂ ਗੁਰਮੁਖੀ ਨਾਮ ਵਧੇਰੇ ਮਸ਼ਹੂਰ ਕਰ ਦਿੱਤਾ ਗੁਰਮੁਖਾਂ ਤੋਂ। ਸੋ ਕੋਈ ਸੱਜਣ ਗੁਰੂ ਜੀ ਦੇ ਮੁਖੋਂ ਨਿਕਲੀ ਲਿਪੀ ਅਰਥ ਕਰਦੇ ਹਨ ਉਹ ਠੀਕ ਨਹੀਂ ਬਣਦਾ, ਕਿਉਂਕਿ ਮੂੰਹ ਤੋਂ ਬੋਲੀ ਨਿਕਲਦੀ ਹੈ, ਲਿਪੀ ਨਹੀਂ। ਲਿਪੀ ਲਿਖਦੀ ਹੈ, ਬੋਲਦੀ ਨਹੀਂ। ਜੋ ਆਵਾਜ਼ ਅਸੀਂ ਮੂੰਹ ਤੋਂ ਬੋਲਦੇ ਹਾਂ ਉਸ ਨੂੰ ਧੁਨੀ ਕਿਹਾ ਜਾਂਦਾ ਹੈ। ਇਹ ਬੋਲੀ ਦੀ ਸਭ ਤੋਂ ਛੋਟੀ ਇਕਾਈ ਹੈ। ਇਸ ਧੁਨੀ ਨੂੰ ਲਿਪੀਬੱਧ ਕਰ ਦਿੱਤਾ ਜਾਏ ਤਾਂ ਉਹ ਅੱਖਰ ਬਣ ਜਾਂਦੀ ਹੈ। ਸੋ ਧੁਨੀ ਤੇ ਅੱਖਰ ਵਿੱਚ ਬਹੁਤ ਫਰਕ ਹੈ। ਤਰਤੀਬ ਅਨੁਸਾਰ ਲਿਖੇ ਹੋਏ ਅੱਖਰਾਂ ਨੂੰ ਵਰਣਮਾਲਾ ਵੀ ਕਿਹਾ ਜਾਂਦਾ ਹੈ, ਜਿਵੇਂ ਗੁਰਮੁਖੀ ਲਿਪੀ ਦੀ ਵਰਣਮਾਲਾ ਜਾਂ 35 ਅੱਖਰੀ। ਕਿਸੇ ਬੋਲੀ ਨੂੰ ਸਿੱਖਣ ਲਈ ਬੋਲਣਾ, ਸੁਣਨਾ, ਲਿਖਣਾ ਤੇ ਪੜ੍ਹਨਾ ਇਹ 4 ਕੌਸ਼ਲ ਭਾਵ ਸਕਿੱਲ ਜ਼ਰੂਰੀ ਹਨ। ਸੁਣਨ ਤੇ ਬੋਲਣ ਲਈ ਬੋਲੀ ਤੇ ਲਿਖਣ ਤੇ ਪੜ੍ਹਨ ਲਈ ਲਿਪੀ ਦੀ ਵਰਤੋਂ ਕਰਨੀ ਪੈਂਦੀ ਹੈ। ਸੋ ਬੋਲੀ ਤੇ ਲਿਪੀ 2 ਵੱਖ-ਵੱਖ ਇਕਾਈਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸਾਹਿਬ ਫੂਲਾ ਸਿੰਘ ਜੀ ਨੇ ਬਹੁਤ ਹੀ ਵਿਸਥਾਰ ਸਹਿਤ ਲਿਪੀ ਬਾਰੇ, ਬੋਲੀ ਬਾਰੇ ਗੱਲ ਕੀਤੀ ਹੈ। ਔਰ ਇੱਕ ਗੱਲ ਨੋਟ ਕਰਨ ਵਾਲੀ ਕਿ ਗੁਰੂ ਗ੍ਰੰਥ ਸਾਹਿਬ 'ਚ ਬੋਲੀਆਂ ਤੇ ਕਈ ਨੇ, ਲਿਪੀ ਇੱਕੋ ਹੀ ਹੈ ਗੁਰਮੁਖੀ। ਫਿਰ ਗੁਰਮੁਖੀ ਕਿਉਂ ਕਿਹਾ ਜਾਂਦਾ ਹੈ ਇਹ ਵੀ ਆਪ ਜੀ ਨੇ ਦੱਸਿਆ। ਔਰ ਬੜੀਆਂ ਹੋਰ ਗੱਲਾਂ ਅੱਜ ਸਿੱਖਣ ਨੂੰ ਮਿਲ ਗਈਆਂ ਨੇ। ਔਰ ਸਾਹ ਜੀ ਤੁਹਾਡਾ ਤੇ ਸਾਰਾ ਜਿਹੜਾ ਤੁਸੀਂ ਅੱਜ ਬੋਲਿਆ ਇਹ ਨੋਟ ਕਰਨ ਵਾਲਾ, ਅਸੀਂ ਨੋਟ ਕਰਾਂਗੇ ਤੇ ਅਪਲੋਡ ਤੇ ਹੋ ਹੀ ਜਾਏਗਾ, ਪਰ ਇਹ ਲਿਖ ਕੇ ਰੱਖਣ ਵਾਲੀ ਗੱਲ ਹੈ। ਬਹੁਤ ਸਾਰੀਆਂ ਗੱਲਾਂ ਤੁਹਾਡੇ ਕੋਲ ਸਿੱਖੀਆਂ ਨੇ। ਬਹੁਤ ਬਹੁਤ ਧੰਨਵਾਦ ਆਪ ਜੀ ਦਾ।